ਹੈਲੋ ਫਰੈਂਡਸ, ਅੱਜ ਆਪਾਂ ਗੱਲ ਕਰਾਂਗੇ ਓਨਟਾਰੀਓ ਦੀ EMPLOYER ਜੌਬ ਆਫਰ ਇਨ ਡਿਮਾਂਡ ਸਕਿੱਲ ਸਟਰੀਮ। ਬਹੁਤ ਵਧੀਆ ਸਟਰੀਮ ਹੈਗੀ ਹੈ। ਇਹ ਵੀਡੀਓ ਤੁਸੀਂ ਧਿਆਨ ਨਾਲ ਅਖੀਰ ਤੱਕ ਦੇਖਿਆ ਜੇ, ਕਿਉਂਕਿ ਇਹਦੇ ਵਿੱਚ ਮੈਂ ਕਾਫੀ ਚੀਜ਼ਾਂ ਕਵਰ ਕਰੂੰਗਾ ਜਿਹੜੀਆਂ ਕਈ ਵੀਡੀਓਜ਼ ਦੇ ਵਿੱਚ ਕਿਸੇ ਨੇ ਨਹੀਂ ਕਵਰ ਕੀਤੀਆਂ। ਇਹਦੇ 'ਚ ਆਪਾਂ ਗੱਲ ਕਰਾਂਗੇ ਜੌਬ ਆਫਰ ਰਿਕੁਆਇਰਮੈਂਟਸ ਦੀ, ਐਪਲੀਕੈਂਟ ਰਿਕੁਆਇਰਮੈਂਟਸ ਦੀ, EMPLOYER ਰਿਕੁਆਇਰਮੈਂਟਸ ਦੀ, ਕੀ ਪ੍ਰੋਸੈਸ ਹੈਗਾ ਇਹਦਾ। ਆਪਾਂ ਐਕਚੁਅਲ 'ਚ ਦੋ ਜਿਹੜੇ ਪ੍ਰੋਫਾਈਲ ਲਵਾਂਗੇ ਉਹਨਾਂ ਨੂੰ ਕੰਪੇਅਰ ਕਰਾਂਗੇ। ਇੱਕ ਪ੍ਰੋਫਾਈਲ ਲਵਾਂਗੇ ਕੰਸਟਰਕਸ਼ਨ ਵਰਕਰ ਦਾ ਤੇ ਇੱਕ ਲਵਾਂਗੇ ਆਪਾਂ ਮਸ਼ੀਨ ਟੂਲ ਆਪਰੇਟਰ ਦਾ। ਤੇ ਮੈਂ ਤੁਹਾਨੂੰ ਦੱਸੂਗਾ ਕਿੱਦਾਂ ਆਪਣੇ ਤੁਸੀਂ ਸਕੋਰ ਕੈਲਕੂਲੇਟ ਕਰ ਸਕਦੇ ਹੋ। ਇਹਦੇ ਵਿੱਚ ਪੁਰਾਣੇ ਡਰਾਜ਼ ਆਏ ਆ, ਉੱਥੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਤੇ ਉੱਥੋਂ ਕੀ ਆਪਾਂ ਗੇਜ ਕਰ ਸਕਦੇ ਹਾਂ ਕਿ ਕਿੱਦਾਂ ਦੇ ਡਰਾ ਆ ਸਕਦੇ ਆ, ਕਿੰਨੀ ਵਾਰੀ ਡਰਾ ਆਏ ਆ ਪਿਛਲੀ ਵਾਰੀ। ਸੋ ਉਹ ਸਾਰੇ ਚੀਜ਼ਾਂ ਦੀ ਗੱਲ ਕਰਾਂਗੇ। ਇਹ ਬਹੁਤ ਹੀ ਵਧੀਆ ਸਟਰੀਮ ਹੈਗੀ ਹੈ ਜੇ ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ ਟੀਅਰ 4 ਜਾਂ ਟੀਅਰ 5 ਚ ਹੈਗਾ, ਕਿਉਂਕਿ ਬਹੁਤ ਘੱਟ ਜਿਹੜੀ ਹੈਗੀ ਆ ਆਪਸ਼ਨਸ ਅਵੇਲੇਬਲ ਹੁੰਦੀਆਂ ਜਿਨ੍ਹਾਂ ਦੇ ਟੀਅਰ 4 ਜਾਂ ਟੀਅਰ 5 ਚ ਹੈ। ਤੇ ਇਹ ਜਿਹੜਾ ਓਨਟਾਰੀਓ ਦੀ ਜਿਹੜੀ ਇਨ ਡਿਮਾਂਡ ਸਕਿੱਲ ਸਟਰੀਮ ਹੈਗੀ ਹੈ, ਇਹਦੇ ਲਈ ਬਹੁਤ ਹੀ ਘੱਟ ਰਿਕੁਆਇਰਮੈਂਟਸ ਹੈਗੀਆਂ। ਫॉर ਇੰਗਲਿਸ਼ ਜਸਟ CLB4 ਹੈ, ਹਾਈ ਸਕੂਲ ਦਾ ਡਿਪਲੋਮਾ ਚਾਹੀਦਾ, ਮਤਲਬ ਹਾਈ ਸਕੂਲ ਕੀਤਾ ਹੋਣਾ ਚਾਹੀਦਾ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ। ਬਿਫੋਰ ਦੈਟ ਲੈਟ ਮੀ ਇੰਟਰੋਡਿਊਸ ਮਾਈ ਸੈਲਫ। ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ based out of Ontario, Canada. Without any further ado, let's dive into today's presentation. ਸੋ ਆ ਹੈਗੀ ਆ EMPLOYER ਜੌਬ ਆਫਰ ਇਨ ਡਿਮਾਂਡ ਸਕਿੱਲ ਸਟਰੀਮ। ਪਹਿਲਾ ਓਵਰਵਿਊ। ਇਹ ਜਿਹੜੀ ਇਨ ਡਿਮਾਂਡ ਸਕਿੱਲ ਸਟਰੀਮ ਹੈਗੀ ਹੈ, ਇਹ ਜਿਹੜੇ ਫੋਰਨ ਵਰਕਰਸ ਹੁੰਦੇ ਆ ਜਿਨ੍ਹਾਂ ਕੋਲ ਜੌਬ ਆਫਰ ਐਂਡ ਸਪੈਸੀਫਿਕ ਇਨ ਡਿਮਾਂਡ ਆਕੂਪੇਸ਼ਨ, ਉਹਨਾਂ ਲਈ ਇੱਕ ਪਰਮਾਨੈਂਟ ਰੈਜ਼ੀਡੈਂਸ ਦਾ ਪਾਥਵੇ ਦਿੰਦੀ ਹੈ, ਰਾਈਟ। ਇਹ ਜਿਹੜੀ ਸਟਰੀਮ ਹੈ ਇਹ ਬਹੁਤ ਓਪਨ ਹੈਗੀ ਹੈ ਫॉर ਫੋਰਨ ਵਰਕਰਸ ਇਨਸਾਈਡ ਐਂਡ ਆਊਟਸਾਈਡ ਆਫ ਕੈਨੇਡਾ। ਪਹਿਲਾਂ ਤੁਹਾਨੂੰ ਇਸ ਸਟਰੀਮ ਦੇ ਵਿੱਚ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ, ਜਿਹਨੂੰ ਐ ਸਮਝ ਲਓ ਕਿ ਉਹ ਪ੍ਰੀ ਐਪਲੀਕੇਸ਼ਨ ਹੈ। ਤੇ ਜਦੋਂ ਤੁਹਾਡਾ ਡਰਾ ਨਿਕਲਿਆ ਤਾਂ ਫਿਰ ਤੁਹਾਨੂੰ ਇਹਨਾਂ ਨੇ ਰਿਕੁਐਸਟ ਭੇਜਣੀ ਹੈ, ਇਨਵਾਈਟ ਕਰਨਾ ਟੂ ਅਪਲਾਈ। ਤਾਂ ਫਿਰ ਤੁਸੀਂ ਓਨਟਾਰੀਓ ਨੂੰ ਆਪਣਾ ਐਪਲੀਕੇਸ਼ਨ ਦੇਣੀ ਹੈ। ਜੇ ਤੁਸੀਂ ਨੋਮੀਨੇਟ ਹੋ ਗਏ ਫਿਰ ਤੁਸੀਂ ਫੈਡਰਲ ਗਵਰਨਮੈਂਟ ਦੇ ਵਿੱਚ ਆਪਣੀ ਐਪਲੀਕੇਸ਼ਨ ਲਾਣੀ ਹੈ ਇਨ ਨੌਨ ਐਕਸਪ੍ਰੈਸ ਐਂਟਰੀ PR ਐਪਲੀਕੇਸ਼ਨ। ਓਕੇ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੌਬ ਆਫਰ ਰਿਕੁਆਇਰਮੈਂਟਸ ਦੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ EMPLOYER ਜੌਬ ਆਫਰ ਸਟਰੀਮ ਹੈ। ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਜੌਬ ਆਫਰ ਮਿਲੀ ਹੋਣੀ ਚਾਹੀਦੀ ਹੈ ਓਨਟਾਰੀਓ EMPLOYER ਤੋਂ, ਉਹ ਫੁੱਲ ਟਾਈਮ ਤੇ ਪਰਮਾਨੈਂਟ ਪੋਜੀਸ਼ਨ ਹੋਣੀ ਚਾਹੀਦੀ ਹੈ। ਫੁੱਲ ਟਾਈਮ ਮਤਲਬ ਕੀ ਹੋਇਆ ਕਿ 30 ਘੰਟੇ ਘੱਟੋ ਘੱਟ ਪੇਡ ਵਰਕ ਪਰ ਵੀਕ ਤੇ ਫॉर 52 ਵੀਕਸ, ਰਾਈਟ। ਸੇ ਪਰਮਾਨੈਂਟ ਮਤਲਬ ਕੀ ਹੋਇਆ ਕਿ ਕੋਈ ਐਂਡ ਡੇਟ ਨਹੀਂ ਹੈ, ਕੋਈ ਕੰਟਰੈਕਚੁਅਲ ਨਹੀਂ ਹੈਗੀ ਕਿ ਵੀ 1 ਸਾਲ ਦਾ ਕੰਟਰੈਕਟ ਹੈ ਜਾਂ 2 ਸਾਲ ਦਾ ਕੰਟਰੈਕਟ ਹੈ, ਰਾਈਟ। ਸੋ ਦੈਟ ਇਜ਼ ਨਾਟ ਐਕਸੈਪਟੇਬਲ। ਹੁਣ ਆਪਾਂ ਗੱਲ ਕਰਦੇ ਹਾਂ ਐਲੀਜੀਬਲ ਆਕੂਪੇਸ਼ਨਸ, ਕਿ ਕਿਹੜੇ ਜਿਹੜੇ ਆਕੂਪੇਸ਼ਨਸ ਹੈਗੇ ਆ ਉਹ ਇਨ ਡਿਮਾਂਡ ਕੰਸੀਡਰ ਹੁੰਦੇ ਆ, ਤੇ ਉਸ ਬੇਸ ਤੇ ਉਹਨਾਂ ਵਿੱਚ ਅਗਰ ਤੁਹਾਡੇ ਕੋਲੇ ਜੌਬ ਆਫਰ ਤੇ ਐਕਸਪੀਰੀਅੰਸ ਹੈਗਾ ਤਾਂ ਹੀ ਤੁਸੀਂ ਇਸ ਸਟਰੀਮ ਲਈ ਕੁਆਲੀਫਾਈ ਕਰਦੇ ਹੋ। ਇਹਨਾਂ ਨੇ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ। ਇਹਨਾਂ ਨੇ ਕੁਝ ਦੱਸੇ ਹੋਏ ਹੈਗੇ ਆਕੂਪੇਸ਼ਨਸ ਜਿਹੜੇ ਓਨਟਾਰੀਓ 'ਚ ਕਿਤੇ ਵੀ ਹੋ ਸਕਦੇ ਆ, ਬਟ ਜਿਹੜੇ ਕੁਝ ਆਕੂਪੇਸ਼ਨ ਐਸੇ ਹੈਗੇ ਜਿਹੜੇ ਸਿਰਫ GTA ਤੋਂ ਬਾਹਰ ਹੀ ਅਗਰ ਉਹਨਾਂ 'ਚ ਤੁਹਾਨੂੰ ਜੌਬ ਆਫਰ ਹੈਗੇ ਤਾਂ ਹੀ ਤੁਸੀਂ ਐਲੀਜੀਬਲ ਹੈਗੇ ਹੋ। ਉਹ ਆਪਾਂ ਹੁਣ ਨੈਕਸਟ ਜਿਹੜੀ ਹੈਗੀ ਹੈ ਸਲਾਈਡ ਉਹਦੇ ਵਿੱਚ ਦੇਖਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਪੋਜੀਸ਼ਨਸ ਹੈਗੀਆਂ ਐਲੀਜੀਬਲ ਐਨੀਵੇਅਰ ਇਨ ਓਨਟਾਰੀਓ, ਕਿ ਕਿਤੇ ਵੀ ਇਹ ਜਿਹੜੀ ਜੌਬ ਆਫਰ ਹੋ ਸਕਦੀ ਹੈ। ਉਹ ਕਿਹੜੀਆਂ ਪੋਜੀਸ਼ਨਸ ਹੈਗੀਆਂ ਜਿਹੜੀਆਂ ਔਨ ਲੈਫਟ ਸਾਈਡ ਜਿਹੜੀ ਦਿਖਦੀਆਂ ਪਈਆਂ। 44101 ਹੋਮ ਸਪੋਰਟ ਵਰਕਰਸ ਹੋ ਗਏ, ਮੀਟ ਕਟਰਸ ਹੋ ਗਏ, ਕੰਸਟਰਕਸ਼ਨ ਟ੍ਰੇਡ ਹੈਲਪਰਸ ਐਂਡ ਲੇਬਰਰਸ ਹੋ ਗਏ, स्पेशलाइज्ड लाइफ स्टॉक वर्कर्स हो गए, लाइफ स्टॉक लेबरर्स हो गए, हार्वेस्टिंग लेबरर्स हो गए, नर्सरी एंड ग्रीन हाउस लेबरर्स हो गए, इंडस्ट्रीयल बुचर्स हो गए एंड मीट कटर्स हो गए। ਇਹ ਜਿਹੜੇ ਹੈਗੇ ਆ ਨੌਕ ਔਨ ਦਾ ਲੈਫਟ ਸਾਈਡ, ਇਹ ਜਿਹੜੀ ਪੋਜੀਸ਼ਨ ਹੈਗੀ ਹੈ ਕਿਤੇ ਵੀ ਹੋ ਸਕਦੀ ਹੈ ਓਨਟਾਰੀਓ 'ਚ, ਇਹਦੇ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਬਟ ਜਿਹੜੀਆਂ ਪੋਜੀਸ਼ਨਸ ਔਨ ਦਾ ਰਾਈਟ ਸਾਈਡ ਹੈ ਉਹ ਆਊਟਸਾਈਡ GTA ਹੋਣੀ ਚਾਹੀਦੀਆਂ। ਸੋ ਆਊਟਸਾਈਡ GTA ਦਾ ਕੀ ਮਤਲਬ ਹੈ? ਆਊਟਸਾਈਡ GTA ਦਾ ਮਤਲਬ ਹੈ ਕਿ ਆਊਟਸਾਈਡ ਸਿਟੀ ਆਫ ਟੋਰਾਂਟੋ, ਆਊਟਸਾਈਡ ਸਿਟੀ ਆਫ ਡਰਹਮ, ਹਾਲਟਨ, ਯਾਰਕ ਐਂਡ ਪੀਲ ਰੀਜਨ, ਰਾਈਟ। ਇਹਨਾਂ ਤੋਂ ਬਾਹਰ ਹੋਣੀ ਚਾਹੀਦੀ, ਜਿਵੇਂ ਹੈਮਿਲਟਨ ਹੋ ਸਕਦਾ, ਕਿਸ਼ਨਰ ਹੋ ਸਕਦਾ, ਆਟਵਾ ਹੋ ਸਕਦਾ, ਬੈਰੀ ਹੋ ਸਕਦਾ, ਮਤਲਬ ਕਿਤੋਂ ਵੀ GTA ਤੋਂ ਬਾਹਰ ਜਿਹੜੀ ਤੁਹਾਡੀ ਜਿਹੜੀ ਬਾਉਂਡਰੀ ਹੈ ਉਸ ਤੋਂ ਬਾਹਰ ਇਹ ਪੋਜੀਸ਼ਨ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਕਿਹੜੇ ਕਿਹੜੇ ਆਕੂਪੇਸ਼ਨਸ ਆ ਗਏ, ਜਿਵੇਂ 94100 ਮਸ਼ੀਨ ਆਪਰੇਟਰਸ ਆ ਗਏ, ਮੈਟਲ ਵਰਕਿੰਗ ਐਂਡ ਫੋਰਜਿੰਗ ਮਸ਼ੀਨ ਆਪਰੇਟਰਸ ਆ ਗਏ। ਸੋ ਕਾਫੀ ਤਰੀਕੇ ਦੇ ਮਸ਼ੀਨ ਆਪਰੇਟਰਸ ਆ ਗਏ, ਮਸ਼ੀਨ ਟੂਲ ਆਪਰੇਟਰਸ ਆ ਗਏ, ਮਸ਼ੀਨ ਆਪਰੇਟਰਸ ਆਫ ਅਦਰ ਮੈਟਲ ਪ੍ਰੋਡਕਟਸ, chemical plant machine operators, plastic processing machine operators, woodworking machine operators, industrial sewing machine operators, process control and machine operators, electronic assemblers, fabricators, mechanical assemblers and inspectors, industrial painters, other product assemblers, finishers and inspectors, and last one is laborers in chemical products processing and utility। ਦੂਜੀ ਗੱਲ ਹੈਗੀ ਹੈ ਕਿ ਇਹਦੇ ਵਿੱਚ ਜਿਹੜੀ ਮੀਡੀਅਨ ਵੇਜ ਹੈਗੀ ਹੈ ਉਹ ਤੁਹਾਨੂੰ ਮੀਟ ਕਰਨੀ ਪੈਣੀ ਹੈ। ਇਹ ਨਹੀਂ ਕਿ ਜਿਹੜੀ ਤੁਹਾਡੀ ਲੋਐਸਟ ਵੇਜ ਤੇ ਤੁਹਾਨੂੰ ਕਿਸੇ ਨੇ ਆਫਰ ਦਿੱਤੀ ਹੋਈ ਹੈ, ਤੁਹਾਨੂੰ ਉਹ ਜੌਬ ਬੈਂਕ ਤੋਂ ਪਤਾ ਲੱਗ ਸਕਦਾ ਹੈ ਕਿ ਵੀ ਮੀਡੀਅਨ ਵੇਜ ਕੀ ਹੈ,
ਰਾਈਟ। ਤੇ ਬਸ ਇੱਕੋ ਐਕਸੈਪਸ਼ਨ ਜਿਹੜੀ ਹੈਗੀ ਉਹ ਕਲੈਕਟਿਵ ਅਗਰੀਮੈਂਟ, ਜਿਹਨੂੰ ਆਪਾਂ ਕਹਿੰਦੇ ਕਿ ਯੂਨੀਅਨ ਜੌਬਸ ਹੈ। ਯੂਨੀਅਨ ਜੌਬਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਜਿਹੜੀ ਯੂਨੀਅਨ ਆਫਰ ਕਰਦੀ ਉਹ ਐਕਸੈਪਟੇਬਲ ਹੁੰਦੀ ਹੈ। ਪਰ ਅਗਰ ਤੁਹਾਡੀ ਨਾਨ ਯੂਨੀਅਨਾਈਜ਼ਡ ਜੌਬ ਹੈ ਤਾਂ ਤੁਹਾਨੂੰ ਜਿਹੜਾ ਪ੍ਰੀਵੇਲਿੰਗ ਜਾਂ ਮੀਡੀਅਨ ਵੇਜ ਹੈਗੀ ਹੈ ਉਸ ਪਾਰਟਿਕੂਲਰ ਰੀਜਨ ਦੀ, ਓਨਟਾਰੀਓ ਜਿੱਥੇ ਤੁਸੀਂ ਜੌਬ ਕਰਨੀ ਹੈ, ਉਹ ਤੁਹਾਨੂੰ ਮੀਟ ਕਰਨੀ ਪੈਣੀ। ਇਸ ਤੋਂ ਇਲਾਵਾ ਹੈਗਾ ਪੋਜੀਸ਼ਨ ਇਜ਼ ਅਰਜੈਂਟਲੀ ਨੈਸੈਸਰੀ ਟੂ ਇੰਪਲੋਇਰਸ ਬਿਜ਼ਨਸ, ਆਫ ਕੋਰਸ, ਕਿ ਵੀ ਇਹ ਕਿਸੇ ਨੇ ਜੌਬ ਆਫਰ ਕੱਢੀ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ 2-3 ਸਾਲ ਬਾਅਦ ਤੁਸੀਂ ਉਹਨੂੰ ਜੁਆਇਨ ਕਰਨਾ। ਸੋ ਪੋਜੀਸ਼ਨ ਆਫਰਡ ਮਸਟ ਬੀ ਅਰਜੈਂਟਲੀ ਨੈਸੈਸਰੀ ਟੂ ਇੰਪਲੋਇਰਸ ਬਿਜ਼ਨਸ, ਰਾਈਟ। ਤੇ ਫਿਰ ਹੈਗਾ ਵਰਕ ਬੇਸਡ ਇਨ ਓਨਟਾਰੀਓ, ਜਿਹੜਾ ਕੰਮ ਹੋਣਾ ਚਾਹੀਦਾ ਹੈ ਉਹ ਓਨਟਾਰੀਓ 'ਚ ਹੀ ਹੋਣਾ ਚਾਹੀਦਾ। ਦ ਵਰਕ ਯੂ ਡੂ ਵਾਈਲ ਇਨ ਦਿਸ ਪੋਜੀਸ਼ਨ of the job offer must occur primarily in Ontario। ਤੇ ਇੱਕ ਚੀਜ਼ ਹੋਰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹ ਨਹੀਂ ਕਿ ਤੁਸੀਂ ਉਸ ਬਿਜ਼ਨਸ ਹਿੱਸਾ ਨਹੀਂ ਹੋ ਸਕਦਾ ਤੁਹਾਡਾ, ਤੇ ਜੇ ਹਿੱਸਾ ਹੁੰਦਾ ਵੀ ਹੈ ਉਹ ਇਟ ਸ਼ੁੱਡ ਬੀ ਪਾਰਟ ਆਫ ਰਿਮੂਨਰੇਸ਼ਨ, ਨਾਟ ਲਾਈਕ ਕਿ ਤੁਸੀਂ ਵੀ ਆਪਣਾ ਕਿਸੇ ਦਾ ਸਟੇਕ ਬਾਏ ਕਰ ਲਿਆ ਆਪਦੇ ਵੱਲੋਂ, ਉਹ ਨਹੀਂ ਹੋ ਸਕਦਾ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਐਪਲੀਕੇਸ਼ਨ ਰਿਕੁਆਇਰਮੈਂਟਸ ਦੀ। ਸਭ ਤੋਂ ਪਹਿਲੇ ਜਿਵੇਂ ਕਿ ਦੱਸਿਆ ਕਿ ਸਭ ਤੋਂ ਪਹਿਲਾਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ ਹੈ ਓਨਟਾਰੀਓ ਦੀ ਵੈਬਸਾਈਟ ਤੇ, ਰਾਈਟ, ਜਿਹੜਾ ਪੋਰਟਲ ਹੈਗਾ ਅਪਲਾਈ ਕਰਨ ਲਈ, ਰਾਈਟ। ਜੇ ਤੁਹਾਨੂੰ ਇਨਵੀਟੇਸ਼ਨ ਆਇਆ ਫਿਰ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਨੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਰਕ ਐਕਸਪੀਰੀਅੰਸ ਦੀ। ਤੁਹਾਡੇ ਕੋਲੇ ਘੱਟੋ ਘੱਟ 9 ਮਹੀਨਿਆਂ ਦਾ ਫੁੱਲ ਟਾਈਮ ਪੇਡ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਓਨਟਾਰੀਓ 'ਚ ਇਨ ਦ ਸੇਮ ਇਨ ਡਿਮਾਂਡ ਆਕੂਪੇਸ਼ਨ ਐਜ਼ ਯੋਰ ਜੌਬ ਆਫਰ, ਜਾਂ ਫਿਰ ਇਕੁਅਲੈਂਟ ਪਾਰਟ ਟਾਈਮ ਹੋ ਸਕਦਾ ਹੈ। ਫੋਰ ਐਗਜ਼ਾਮਪਲ ਫੁੱਲ ਟਾਈਮ ਕਿਹਨੂੰ ਕਹਿੰਦੇ ਆ? ਫੁੱਲ ਟਾਈਮ ਕਹਿੰਦੇ ਆ ਵੀ ਜਿਵੇਂ 30 ਆਵਰਸ ਘੱਟੋ ਘੱਟ ਪਰ ਵੀਕ ਪੇਡ ਵਰਕ, ਰਾਈਟ, ਤਾਂ ਤੁਹਾਨੂੰ 9 ਮਹੀਨੇ ਲਾਉਣੇ। ਪਰ ਜੇ ਤੁਹਾਡਾ ਪਾਰਟ ਟਾਈਮ ਹੈ, ਲੈਟਸ ਸੇ 15 ਆਵਰਸ ਪਰ ਵੀਕ ਆ, ਤਾਂ ਤੁਹਾਨੂੰ 18 ਮਹੀਨੇ ਲੱਗਣਗੇ ਟੂ ਮੀਟ ਦ ਸੇਮ ਰਿਕੁਆਇਰਮੈਂਟਸ, ਰਾਈਟ। ਸੋ ਤੀਜੀ ਚੀਜ਼ ਹੈ ਕਿ ਜਿਹੜਾ ਵੈਲਿਡ ਲਾਇਸੈਂਸ ਜਾਂ ਆਥੋਰਾਈਜੇਸ਼ਨ ਹੋਣੀ ਚਾਹੀਦੀ ਹੈ, ਅਗਰ ਉਹ ਐਪਲੀਕੇਬਲ ਹੈਗੀ ਹੈ ਤੁਹਾਡੇ ਜਿਹੜੇ ਪ੍ਰੋਫੈਸ਼ਨ ਦੇ ਵਿੱਚ। ਲੈਂਗੁਏਜ ਰਿਕੁਆਇਰਮੈਂਟਸ ਬਹੁਤ ਘੱਟ ਹੈ, ਚਾਹੇ ਇੰਗਲਿਸ਼ ਦੀ ਹੋ ਸਕਦੀ, ਚਾਹੇ ਫ੍ਰੈਂਚ ਦੀ ਹੋ ਸਕਦੀ ਹੈ। CLB 4 ਚਾਹੀਦਾ। ਜਿਹੜੇ ਐਗਜ਼ਾਮਸ ਹੁੰਦੇ ਅਗਰ ਇੰਗਲਿਸ਼ ਦੀ ਗੱਲ ਕੀਤੀ ਜਾਏ ਤਾਂ ਆਸ ਜਨਰਲ ਹੁੰਦੇ ਜਾਂ ਸੈਲਪਿਪ ਹੁੰਦਾ। ਐਜੂਕੇਸ਼ਨ ਦੀ ਰਿਕੁਆਇਰਮੈਂਟਸ ਵੀ ਬਹੁਤ ਘੱਟ ਹੈਗੀਆਂ, ਜਸਟ ਗ੍ਰੇਡ 12 ਚਾਹੀਦਾ ਤੁਹਾਨੂੰ, ਕੈਨੇਡੀਅਨ ਸੈਕੰਡਰੀ ਸਕੂਲ ਜਾਂ ਉਹਦੇ ਇਕੁਅਲੈਂਟ ਚਾਹੀਦਾ, ਰਾਈਟ, ਫਰੋਮ ਅਗਰ ਤੁਹਾਡਾ ਲੈਸੇ ਕਿਸੇ ਹੋਰ ਕੰਟਰੀ ਤੋਂ, ਲੈਸੇ ਇੰਡੀਆ ਤੋਂ ਆ, ਤਾਂ ਤੁਹਾਨੂੰ ECA ਕੀਤੀ ਹੋਣੀ ਚਾਹੀਦੀ ਹੈ। ਦੈਨ ਯੂ ਹੈਵ ਕਿ ਇੰਟੈਂਸ਼ਨ ਟੂ ਲਿਵ ਇਨ ਓਨਟਾਰੀਓ, ਉਹ ਤੁਸੀਂ ਇੰਟੈਂਸ਼ਨ ਸਾਬਿਤ ਕਰਨੀ ਕਿ ਵੀ ਜਦੋਂ ਤੁਹਾਨੂੰ PR ਮਿਲ ਗਈ ਕਿ ਤੁਸੀਂ ਓਨਟਾਰੀਓ 'ਚ ਹੀ ਰਹੋਗੇ। ਉਹ ਕਾਫੀ ਤਰੀਕੇ ਹੁੰਦੇ ਆ, ਜਿਵੇਂ ਫੋਰ ਐਗਜ਼ਾਮਪਲ ਅਗਰ ਤੁਸੀਂ ਐਜੂਕੇਸ਼ਨ ਕੀਤੀ ਹੋਏ, ਤੁਸੀਂ ਕੰਮ ਇੱਥੇ ਕੀਤਾ ਹੋਇਆ, ਤੁਹਾਡਾ ਫਰੈਂਡਸ ਐਂਡ ਫੈਮਿਲੀ ਸਰਕਲ ਇੱਥੇ ਹੈਗਾ, ਸੋ ਉਹ ਸਾਰੀਆਂ ਚੀਜ਼ਾਂ ਨਾਲ ਤੁਸੀਂ ਡਿਮੋਨਸਟ੍ਰੇਟ ਕਰ ਸਕਦੇ ਹੋ ਕਿ ਤੁਹਾਡੀ ਇੰਟੈਂਸ਼ਨ ਓਨਟਾਰੀਓ 'ਚ ਹੀ ਰਹਿੰਦੀ ਹੈ। ਸੋ ਲੀਗਲ ਸਟੇਟਸ ਹੋਣਾ ਚਾਹੀਦਾ ਇਨ ਕੈਨੇਡਾ ਇਫ ਐਪਲੀਕੇਬਲ। ਜੇ ਤੁਸੀਂ ਅਪਲਾਈ ਕੈਨੇਡਾ ਦੇ ਵਿੱਚੋਂ ਕਰ ਰਹੇ ਹੋ ਤਾਂ ਤੁਹਾਡੇ ਕੋਲ ਉਸ ਟਾਈਮ ਤੇ ਲੀਗਲ ਸਟੇਟਸ ਹੋਣਾ ਚਾਹੀਦਾ, ਚਾਹੇ ਉਹ ਵਰਕ ਪਰਮਿਟ ਹੋਏ, ਸਟੱਡੀ ਪਰਮਿਟ ਹੋਏ, ਵਿਜ਼ਟਰ ਰੈਕੋਰਡ ਹੋਏ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਇੰਪਲੋਇਰ ਰਿਕੁਆਇਰਮੈਂਟਸ ਦੀ। ਹੁਣ ਜਿਹੜੀਆਂ ਕੁਝ ਰਿਕੁਆਇਰਮੈਂਟਸ ਹੈਗੀਆਂ, ਇਹਦੀਆਂ ਕਾਫੀ ਡਿਟੇਲਸ ਹੈਗੀਆਂ। ਈਵਨ ਫॉर ਆਲ ਦ ਥਿੰਗਸ ਯੂ ਕੈਨ ਗੋ ਟੂ ਦ ਵੈਬਸਾਈਟ ਐਂਡ ਲੁੱਕ ਐਟ ਕੰਪਲੀਟ ਡਿਟੇਲਸ। ਪਰ ਮੈਂ ਜਿਹੜੀਆਂ ਮੋਟੀਆਂ-ਮੋਟੀਆਂ ਕੁਝ ਚੀਜ਼ਾਂ ਉਹ ਮੈਂ ਇੱਥੇ ਦੱਸ ਦਿੰਦਾ ਕਿ ਜਿਹੜਾ ਬਿਜ਼ਨਸ ਹੈ ਘੱਟੋ ਘੱਟ 3 ਸਾਲ ਪੁਰਾਣਾ ਹੋਣਾ ਚਾਹੀਦਾ। ਐਂਡ ਬਿਜ਼ਨਸ ਆਬਵੀਅਸਲੀ ਹੈਜ਼ ਟੂ ਬੀ ਇਨ ਓਨਟਾਰੀਓ। ਤੇ ਕੁਝ ਰੈਵਨਿਊ ਰਿਕੁਆਇਰਮੈਂਟਸ ਹੈ। ਜੇ ਤੁਹਾਡਾ ਜਿਹੜਾ ਬਿਜ਼ਨਸ ਹੈਗਾ ਜਿੱਥੇ ਤੁਹਾਨੂੰ ਪੋਜੀਸ਼ਨ ਕੰਮ ਕਰਨਾ ਤੁਸੀਂ, ਜਾਂ ਜਿੱਥੇ ਰਿਪੋਰਟ ਕਰਨਾ ਕੰਮ ਲਈ, ਅਗਰ ਉਹ GTA ਦੇ ਵਿੱਚ ਹੈ ਤਾਂ 1 ਮਿਲੀਅਨ ਦਾ ਰੈਵਨਿਊ ਹੋਣਾ ਚਾਹੀਦਾ, ਰਾਈਟ, ਨਹੀਂ ਤਾਂ 5 ਲੱਖ ਦਾ ਰੈਵਨਿਊ ਹੋਣਾ ਚਾਹੀਦਾ। ਫੁੱਲ ਟਾਈਮ EMPLOYEES ਦੀ ਵੀ ਰਿਕੁਆਇਰਮੈਂਟ ਹੈਗੀ ਹੈ ਕਿ ਅਗਰ ਤੁਸੀਂ GTA 'ਚ ਤੁਹਾਨੂੰ ਪੋਜੀਸ਼ਨ ਮਿਲੀ ਹੈਗੀ ਆ ਤਾਂ ਉਹ ਉੱਥੇ ਘੱਟੋ ਘੱਟ 5 ਫੁੱਲ ਟਾਈਮ EMPLOYEES ਜਿਹੜੇ ਕੈਨੇਡੀਅਨ ਸਿਟੀਜ਼ਨ ਜਾਂ PR ਕੰਮ ਕਰਦੇ ਹੋਣੇ ਚਾਹੀਦੇ ਆ, ਅਦਰਵਾਈਜ਼ 3 ਆ। ਤੇ ਇੰਪਲੋਇਰ ਫਾਰਮ ਜਿਹੜਾ ਹੈਗਾ ਉਹ ਸਾਈਨ ਹੋਣਾ ਚਾਹੀਦਾ। ਇਹ ਇੱਕ ਮੈਂਡੇਟਰੀ ਰਿਕੁਆਇਰਮੈਂਟ ਹੈ, ਇਹਦੇ ਉੱਤੇ ਕੋਈ ਇਹ ਨਹੀਂ ਕਹਿ ਸਕਦੇ ਕਿ ਆਪਾਂ ਕੱਲਾ ਜੀ ਮੈਨੂੰ ਜੌਬ ਆਫਰ ਮਿਲੀ ਹੈ, ਵੁੱਡ ਦੈਟ ਵਰਕ? ਨੋ, ਇਟ ਵਿਲ ਨਾਟ ਵਰਕ। ਸੋ ਇੰਪਲੋਇਰ ਜਿਹੜਾ ਫਾਰਮ ਹੈਗਾ ਉਹਨਾਂ ਨੇ ਦਿੱਤਾ ਹੋਇਆ, ਉਹ ਫਾਰਮ ਸਾਈਨ ਹੋਣਾ ਚਾਹੀਦਾ। ਫਾਰਮ ਦਾ ਨਾਮ ਹੈ 0090233E। ਹੁਣ ਆਪਾਂ ਗੱਲ ਕਰਦੇ ਹਾਂ ਇੰਪਲੋਇਰ ਫਾਰਮ ਬਾਰੇ। ਸੋ ਸਭ ਤੋਂ ਪਹਿਲਾਂ ਜਿਹੜਾ ਸੈਕਸ਼ਨ ਹੈਗਾ ਉਹ ਹੈਗਾ ਵਿਦ ਅਸਿਸਟੈਂਸ ਵਿਦ ਐਪਲੀਕੇਸ਼ਨ। ਇਹ ਉਹਦੇ ਲਈ ਰੈਲੇਵੈਂਟ ਹੈ ਕਿ ਜੇ ਇੰਪਲੋਇਰ ਕਿਸੇ ਰਿਪਰੈਜ਼ੈਂਟੇਟਿਵ ਨੂੰ ਹੈਲਪ ਲੈ ਰਿਹਾ ਇਹ ਫਾਰਮ ਭਰਨ ਦੇ ਵਿੱਚ। ਉਸ ਤੋਂ ਬਾਅਦ ਹੈਗਾ ਇੰਪਲੋਇਰ ਇਨਫੋਰਮੇਸ਼ਨ, ਜਨਰਲ ਬਿਜ਼ਨਸ ਇਨਫੋਰਮੇਸ਼ਨ ਹੈਗੀ ਹੈ, ਬਿਜ਼ਨਸ ਐਡਰੈਸ ਵਗੈਰਾ ਹੈਗਾ, ਮੇਲਿੰਗ ਐਡਰੈਸ ਉਹਨਾਂ ਦਾ, ਕਿੰਨਾ ਰੈਵਨਿਊ ਹੈ, ਤੇ ਲੀਗਲ ਜਿਹੜਾ ਸਟਰਕਚਰ ਹੈਗਾ ਉਹਦੇ ਬਾਰੇ ਹੈਗੀ ਹੈ ਇਨਫੋਰਮੇਸ਼ਨ। ਫਿਰ ਹੈਗਾ ਬਿਜ਼ਨਸ ਪ੍ਰੋਫਾਈਲ ਇਨਫੋਰਮੇਸ਼ਨ, ਬਿਜ਼ਨਸ ਲੋਕੇਸ਼ਨ ਜਿੱਥੇ ਐਪਲੀਕੈਂਟ ਕੰਮ ਕਰੂਗਾ, ਰੈਗੂਲੇਟਰੀ ਕੰਪਲਾਇੰਸ ਇਨਫੋਰਮੇਸ਼ਨ, ਸਾਈਨਿੰਗ ਅਥਾਰਟੀ ਕਿਹਦੀ ਹੈ, ਇੰਪਲੋਇਰ ਕੰਟੈਕਟ ਇਨਫੋਰਮੇਸ਼ਨ ਹੋਗੀ। ਫਿਰ ਹੈ ਸੈਕਸ਼ਨ C ਪੋਜੀਸ਼ਨ ਇਨਫੋਰਮੇਸ਼ਨ। ਫਿਰ ਪ੍ਰੀਵੀਅਸ ਐਪਲੀਕੇਸ਼ਨਸ ਦੀ ਜੌਬ ਆਫਰ ਇਨਫੋਰਮੇਸ਼ਨ ਦੀ। then you have, if you keep going on, so I am the regulated profession related labor market impact assessment, applicant status। ਫਿਰ ਸੈਕਸ਼ਨ D ਹੈ ਰਿਕਰੂਟਮੈਂਟ ਸਮਰੀ ਬਾਰੇ, ਸੋ ਉਹਦੇ ਬਾਰੇ ਇਨਫੋਰਮੇਸ਼ਨ ਹੈ। ਫਿਰ ਇੰਪਲੋਇਰ ਡੈਕਲੇਰੇਸ਼ਨ ਹੈਗਾ, ਸੋ ਕਿ ਵੀ ਇੰਪਲੋਇਰ ਅਗਰੀ ਕਰਦਾ ਸਾਰੇ ਲਾਜ਼ ਤੇ ਮੀਟ ਕਰਦਾ,
ਰਾਈਟ, ਤੇ ਉਹਨੂੰ ਵਾਰਨਿੰਗ ਵੀ ਦਿੰਦੇ ਆ ਕਿ ਵੀ ਅਗਰ ਤੁਸੀਂ ਕੁਝ ਗਲਤ ਕੀਤਾ ਤਾਂ ਇਹ ਹੋ ਸਕਦਾ। ਸੋ all of that information is there, and finally signature, ਜਿਹੜੇ ਵੀ ਸਾਈਨਿੰਗ ਅਥਾਰਟੀ ਹੈਗੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੰਪਲੋਇਮੈਂਟ ਤੇ ਲੇਬਰ ਮਾਰਕੀਟ ਫੈਕਟਰਸ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਸਟਰੀਮ ਆ, ਰਾਈਟ। ਜਿਹਨੂੰ ਇਹਨਾਂ ਨੇ ਤੁਹਾਨੂੰ ਇਨਵਾਈਟ ਕਰਨਾ ਹੈ, ਵਨ ਆਫ ਦਾ ਕ੍ਰਾਈਟੇਰੀਆ ਫॉर ਇਨਵੀਟੇਸ਼ਨ ਇਜ਼ ਕਿ ਤੁਹਾਡੇ ਸਕੋਰ ਕਿੰਨੇ ਹੈ। ਜਿਨ੍ਹਾਂ ਦੇ ਜ਼ਿਆਦਾ ਸਕੋਰ ਹੈ ਉਹਨਾਂ ਨੂੰ ਇਨਵੀਟੇਸ਼ਨ ਆਉਣ ਦਾ ਚਾਂਸਸ ਜ਼ਿਆਦਾ ਹੈ। ਤੇ ਉਹ ਕਿਸ ਚੀਜ਼ਾਂ ਤੇ ਸਕੋਰ ਕਰਦੇ ਹੁਣ ਉਹਦੀ ਗੱਲ ਕਰਦੀ ਹੈ। ਸਿਰਫ 6 ਫੈਕਟਰਸ ਹੈ ਜਿਨ੍ਹਾਂ ਨੂੰ ਉਹ ਸਕੋਰ ਕਰਦੇ ਆ। ਸਭ ਤੋਂ ਪਹਿਲਾਂ ਹੈ ਕਿ ਜੌਬ ਆਫਰ, ਕਿ ਤੁਹਾਡੀ ਜਿਹੜੀ ਨੌਕ ਹੈ ਕਿਹੜੀ ਬ੍ਰੌਡ ਆਕੂਪੇਸ਼ਨ ਕੈਟੇਗਰੀ 'ਚ ਹੈ। ਜਿਵੇਂ ਮੋਸਟ ਆਫ ਦਾ ਆਕੂਪੇਸ਼ਨਸ ਆਰ ਇਨ ਆਕੂਪੇਸ਼ਨ ਕੈਟੇਗਰੀ 9, ਜਾਂ ਇੱਕ ਅੱਧਾ ਜਿਹੜਾ ਹੈਗਾ 7 'ਚ ਹੈਗਾ, ਤਾਂ 7 ਵਾਲੇ ਦੇ 7 ਪੁਆਇੰਟਸ ਹੈ, ਤੇ ਆਕੂਪੇਸ਼ਨ ਕੈਟੇਗਰੀ 1 ਤੇ 9 ਜੇ ਅਗਰ ਤੁਸੀਂ ਦੇਖੋਗੇ 5 ਪੁਆਇੰਟਸ ਆ। ਫਿਰ ਹੈ ਜੌਬ ਆਫਰ ਵੇਜ, ਅਗਰ ਤੁਹਾਡੀ ਵੇਜ 20 to 24.99 ਦੇ ਵਿੱਚ ਹੈ ਤਾਂ 5 ਪੁਆਇੰਟਸ ਹੈ, ਤੇ ਜੇ 25 ਤੇ 29.99 ਦੇ ਵਿੱਚ ਹੈ ਤਾਂ 6 ਪੁਆਇੰਟਸ ਆ। ਫਿਰ ਹੈ ਵਰਕ ਪਰਮਿਟ ਸਟੇਟਸ, ਜੇ ਤੁਹਾਡੇ ਕੋਲ ਵੈਲਿਡ ਵਰਕ ਪਰਮਿਟ ਹੈ ਤਾਂ 10 ਪੁਆਇੰਟਸ ਹੈ, ਨਹੀਂ ਤਾਂ 0 ਪੁਆਇੰਟਸ ਹੈ। ਜੇ ਤੁਸੀਂ ਜਿਸ ਇੰਪਲੋਇਰ ਨੇ ਤੁਹਾਨੂੰ ਜੌਬ ਆਫਰ ਦਿੱਤੀ ਹੈ ਅਗਰ ਤੁਸੀਂ ਉਹਦੇ ਨਾਲ 6 ਮਹੀਨੇ ਤੋਂ ਵੱਧ ਹੋ ਗਏ ਕੰਮ ਕਰਦੇ ਨੂੰ ਤਾਂ ਤੁਹਾਨੂੰ 3 ਪੁਆਇੰਟਸ ਹੈ, ਅਦਰਵਾਈਜ਼ ਨਹੀਂ ਪੁਆਇੰਟ ਹੈ। ਫਿਰ ਹੈਗੀ ਹੈ ਅਰਨਿੰਗ ਹਿਸਟਰੀ, ਕਿ ਅਗਰ ਤੁਸੀਂ ਜਿਹੜੀ ਲਾਸਟ 5 ਇਅਰਸ ਦੇ ਵਿੱਚ ਤੁਹਾਡੀ ਕਦੀ ਵੀ ਅਰਨਿੰਗ ਹਿਸਟਰੀ ਜਿਹੜੀ ਸੀਗੀ ਉਹਦੇ ਵਿੱਚ ਤੁਸੀਂ $40,000 ਤੋਂ ਵੱਧ ਕਮਾਇਆ ਹੈਗਾ, ਉਹ ਬੇਸਡ ਔਨ ਯੋਰ ਨੋਟਿਸ ਆਫ ਅਸੈਸਮੈਂਟ, ਰਾਈਟ, ਜਿਹੜਾ ਇਨਕਮ ਟੈਕਸ ਭਰਦੇ ਹੋ, ਤਾਂ 3 ਪੁਆਇੰਟਸ, ਅਦਰਵਾਈਜ਼ 0 ਪੁਆਇੰਟ ਹੈ। ਫਿਰ ਹੈ ਰੀਜਨਲਾਈਜੇਸ਼ਨ, ਕਿ ਵੀ ਤੁਹਾਡੀ ਲੋਕੇਸ਼ਨ ਕਿੱਥੇ। ਜੇ ਤਾਂ ਲੋਕੇਸ਼ਨ ਤੁਹਾਡੀ ਜੌਬ ਦੀ ਟੋਰਾਂਟੋ ਹੈ ਤਾਂ 0 ਪੁਆਇੰਟ ਹੈ, ਜੇ GTA ਦੇ ਅੰਦਰ ਹੈਗੀ ਹੈ ਤਾਂ 3 ਪੁਆਇੰਟ ਹੈ, ਤੇ ਜੇ ਆਊਟਸਾਈਡ GTA ਹੈ ਐਕਸੈਪਟ ਨਦਰਨ ਓਨਟਾਰੀਓ ਤਾਂ 8 ਪੁਆਇੰਟਸ ਆ, ਤੇ ਜੇ ਨਦਰਨ ਓਨਟਾਰੀਓ ਚ ਤਾਂ 10 ਪੁਆਇੰਟਸ। ਇੱਥੇ ਇਹਨਾਂ ਨੇ ਸਾਰੇ ਦੱਸੇ ਹੋਏ ਆ ਕਿ ਕਿਹੜਾ ਏਰੀਆ 'ਚ ਕਿਹੜਾ ਅਕਾਊਂਟ ਹੁੰਦਾ, ਰਾਈਟ। ਸੋ ਇਹ ਬੜਾ ਇੰਪੋਰਟੈਂਟ ਚੀਜ਼ ਹੈ। ਇਹਦੇ ਬੇਸ ਤੇ ਆਪਾਂ ਹੁਣ ਐਨਾਲਾਈਜ਼ ਕਰਦੇ ਹਾਂ ਕਿ ਕਿਹਦੇ ਕਿੰਨੇ ਪੁਆਇੰਟਸ ਬਣ ਸਕਦੇ ਆ। ਜਿਵੇਂ ਕਿ ਹੁਣ ਦੇਖ ਰਹੇ ਹਾਂ ਕਿ ਮੈਂ 2 ਐਗਜ਼ਾਮਪਲਾਂ ਲਈਆਂ, ਇੱਕ ਮੈਂ ਲਈ ਹੈ ਕੰਸਟਰਕਸ਼ਨ ਹੈਲਪਰ ਦੀ ਜਾਂ ਲੇਬਰਰ ਦੀ ਲਾ ਲਓ, ਜਿਹੜਾ ਨੌਕ ਕੋਡ ਹੈ 75110, ਤੇ ਇੱਕ ਹੈਗਾ ਮਸ਼ੀਨਿੰਗ ਟੂਲ ਦੀ ਜਿਹੜਾ ਨੌਕ ਕੋਡ ਹੈਗਾ 94106। ਤਾਂ ਮੈਂ ਇਹ ਬੇਸਿਕਲੀ ਮੀਡੀਅਨ ਵੇਜ ਲੈ ਲਈ, ਮੈਂ ਅਜ਼ਿਊਮ ਕੀਤਾ ਕਿ ਵੀ ਉਹ ਕਿਚਨ ਕੰਮ ਕਰਦੇ ਆ। ਤੇ ਸਭ ਤੋਂ ਪਹਿਲੇ ਹੈਗਾ ਕਿ ਬ੍ਰੌਡ ਆਕੂਪੇਸ਼ਨ ਕੈਟੇਗਰੀ, ਇਹਦੇ 'ਚ ਇਹਦੇ 7 ਪੁਆਇੰਟ ਬਣਨਗੇ, ਇਹਦੇ 5 ਪੁਆਇੰਟ ਬਣਨਗੇ। ਉਹ ਕਿਵੇਂ ਬਣਨਗੇ, ਕਿਉਂਕਿ ਜਿਹੜਾ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਇੱਕ ਹੈਗਾ ਉਹ 7 ਪੁਆਇੰਟਸ ਬਣਦੇ ਆ, ਇੱਕ 9 ਕੈਟੇਗਰੀ 'ਚ ਉਹ 5 ਪੁਆਇੰਟਸ ਬਣਦੇ ਆ। ਫਿਰ ਹੈ ਵੇਜ ਦੇ ਡਿਪੈਂਡਿੰਗ ਔਨ ਦਾ ਵੇਜ, ਇੱਕ ਦੀ 23.5 ਸੀਗੀ ਤੇ ਇੱਕ ਦੂਜੇ ਦੀ ਸੀਗੀ 25, ਸੋ ਇੱਕ ਦੇ 5 ਬੜੇ, ਇੱਕ ਦੇ 6 ਪੁਆਇੰਟਸ ਬਣੇ। ਫਿਰ ਹੈ ਵਰਕ ਪਰਮਿਟ ਸਟੇਟਸ, ਲੈਟਸ ਅਜ਼ਿਊਮ ਕਿ ਦੋਨਾਂ ਕੋਲੇ ਵਰਕ ਪਰਮਿਟ ਹੈਗਾ ਇਸ ਟਾਈਮ, ਤਾਂ ਉਹਨਾਂ ਦੇ ਦੋਨੋਂ ਦੇ 10-10 ਪੁਆਇੰਟਸ ਹੋ ਗਏ। ਫਿਰ ਹੈਗਾ ਜੌਬ ਟੈਨਿਓਰ ਵਿਦ ਦਾ ਇੰਪਲੋਇਰ, ਅਗਰ ਤੁਸੀਂ 6 ਮਹੀਨੇ ਤੋਂ ਵੱਧ ਉਸੇ ਇੰਪਲੋਇਰ ਨਾਲ ਕੰਮ ਕੀਤਾ ਜਿਹਨੇ ਤੁਹਾਨੂੰ ਜੌਬ ਆਫਰ ਦਿੱਤੀ 3 ਪੁਆਇੰਟਸ ਹੈ, ਤਾਂ ਮੈਂ ਉਹ ਅਜ਼ਿਊਮ ਕਰ ਲਿਆ ਕਿ 3-3 ਪੁਆਇੰਟਸ ਹੈ। ਫਿਰ ਹੈ ਅਰਨਿੰਗ ਹਿਸਟਰੀ, ਕਿ ਤੁਸੀਂ ਤਾਂ 40,000 ਤੋਂ ਵੱਧ ਕਮਾਇਆ ਪਿਛਲੇ 5 ਸਾਲਾਂ ਦੇ ਵਿੱਚ, ਮੈਂ ਅਜ਼ਿਊਮ ਕੀਤਾ ਕਿ ਨਹੀਂ ਕਮਾਇਆ ਹਜੇ ਤੱਕ, ਤਾਂ ਆਪਾਂ ਉਹਨੂੰ 0-0 ਲਾਤਾ। ਫਿਰ ਹੈ ਲੋਕੇਸ਼ਨ ਆਫ ਦਾ ਜੌਬ ਆਫਰ, ਸਿੰਸ ਆਪਾਂ ਅਜ਼ਿਊਮ ਕੀਤਾ ਹੈ ਕਿ ਇਹ ਕਿਸ਼ਨਰ 'ਚ ਹੈ ਜੌਬ, ਤਾਂ ਆਪਾਂ ਉਹਦੇ 8 ਪੁਆਇੰਟਸ ਲਾ ਲਏ, ਤਾਂ ਇੱਕ ਦੇ 33 ਪੁਆਇੰਟਸ ਬਣਦੇ ਆ, ਇੱਕ ਦੇ 32 ਪੁਆਇੰਟਸ ਬਣਦੇ ਆ। ਹੁਣ ਤੁਹਾਡਾ ਇਹ ਕੁਐਸਚਨ ਆਊਗਾ ਜੀ ਇੰਨੇ ਅਗਰ ਪੁਆਇੰਟਸ ਬਣਦੇ ਆ ਤਾਂ ਤੁਹਾਡੇ ਚਾਂਸ ਹੈ ਕਿ ਨਹੀਂ ਹੈ, ਉਹ ਆਪਾਂ ਹੁਣ ਨੈਕਸਟ ਸਲਾਈਡ 'ਚ ਦੇਖਾਂਗੇ, ਕਿਉਂਕਿ ਉਹ ਜਿਹੜਾ ਤੁਹਾਨੂੰ ਹਿਸਟਰੀ ਤੋਂ ਆਪਾਂ ਦੇਖ ਸਕਦੇ ਹਾਂ ਕਿ ਸ਼ਾਇਦ ਤੁਹਾਡੇ ਚਾਂਸ ਬਣਨਗੇ ਕਿ ਨਹੀਂ ਬਣ ਸਕਦੇ। ਫਿਊਚਰ 'ਚ ਕੀ ਹੋਣਾ ਵੀ ਕੈਂਟ ਪ੍ਰੈਡਿਕਟ, ਬਟ ਇੱਕ ਟ੍ਰੈਂਡ ਹੁੰਦਾ, ਇੱਕ ਆਈਡੀਆ ਹੁੰਦਾ ਕਿ ਚਾਂਸ ਬਣ ਸਕਦਾ ਕਿ ਨਹੀਂ ਬਣ ਸਕਦਾ। ਹੁਣ ਤੁਸੀਂ ਧਿਆਨ ਦੇਖਿਆ ਜੀ ਕਿ ਜਿਹੜਾ ਕੰਸਟਰਕਸ਼ਨ ਟ੍ਰੇਡਰ ਹੈ ਇਹਦੇ 33 ਪੁਆਇੰਟਸ ਬਣ ਰਹੇ ਆ, ਮਸ਼ੀਨ ਟੂਲ ਆਪਰੇਟਰ ਦੇ 32 ਪੁਆਇੰਟਸ ਬਣ ਰਹੇ ਆ, ਰਾਈਟ। ਹੁਣ ਆ ਗਿਆ ਪ੍ਰੀਵੀਅਸ ਡਰਾਸ, ਇਹ ਸਾਰੇ 2023 ਦੇ ਡਰਾ ਹੈ। ਕਿੰਨੇ ਡਰਾ ਆਏ ਆ ਟੋਟਲ? ਆਏ ਆ 4 ਡਰਾਸ ਆਏ ਆ। ਇਹ ਜਿਹੜੇ 4 ਡਰਾਸ ਆਏ ਸਾਰੇ ਦੇ ਸਾਰੇ ਜਨਰਲ ਡਰਾ ਹੈਗੇ, ਅੱਗੇ ਵੀ ਜਨਰਲ ਡਰਾ ਰਹਿਣਗੇ ਮੋਸਟ ਲਾਈਕਲੀ, ਔਰ ਮੇਬੀ ਉਹ ਹੁਣ ਓਨਟਾਰੀਓ ਨੂੰ ਪਤਾ ਕਿ ਉਹਨੇ ਕੀ ਕਰਨਾ। ਪਰ ਅਗਰ ਤੁਸੀਂ ਦੇਖੋ ਕਿ ਜਿਹੜਾ ਪਹਿਲਾ ਡਰਾ ਆਇਆ ਸੀਗਾ April 11 ਨੂੰ, ਉਹਦਾ ਸਕੋਰ 30 ਸੀਗਾ, 26 ਸੀਗਾ ਜੂਨ 20th ਵਾਲੇ ਦਾ, ਜਿਹੜਾ ਅਗਸਤ 'ਚ ਆਇਆ ਸੀ ਉਹਦਾ 23 ਸੀਗਾ, ਤੇ ਜਿਹੜਾ ਦਸੰਬਰ 'ਚ ਆਇਆ ਸੀ ਉਹਦਾ 30 ਸੀਗਾ ਸਕੋਰ। ਜੇ ਮੈਂ ਬੈਕ ਚਲੇ ਜਾਵਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਦੋਨਾਂ ਦਾ ਜਿਹੜਾ ਸਕੋਰ ਹੈ 33 ਤੇ 32 ਹੈ, ਤਾਂ ਅਗਰ ਇਹਨਾਂ ਦਾ ਇਹੀ ਸਕੋਰ ਹੁੰਦਾ ਤੇ ਇਹ ਬਹੁਤ ਈਜ਼ਲੀ ਇਸ ਨੂੰ ਮੀਟ ਕਰ ਸਕਦੇ, ਇਹਨਾਂ ਨੂੰ ਇਨਵੀਟੇਸ਼ਨ ਆ ਸਕਦਾ ਸੀਗਾ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਪ੍ਰੋਸੈਸ ਟੂ ਅਪਲਾਈ। ਪ੍ਰੋਸੈਸ ਕੀ? ਸਭ ਤੋਂ ਪਹਿਲਾਂ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨੀ ਹੈ। ਫਿਰ ਜੇ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਹੈਗਾ, ਤੁਸੀਂ 14 ਦਿਨ ਦੇ ਅੰਦਰ ਅੰਦਰ ਤੁਸੀਂ ਐਪਲੀਕੇਸ਼ਨ ਲਾਉਣੀ ਹੈ ਤੇ ਫੀਸ ਭਰਨੀ ਹੈ। ਜੇ ਤੁਹਾਡੀ ਜੌਬ ਪੋਜੀਸ਼ਨ ਜਿਹੜੀ GTA ਦੇ ਅੰਦਰ ਹੈ ਤਾਂ 2000 ਫੀਸ ਹੈ, ਅਦਰਵਾਈਜ਼ 1500 ਫੀਸ ਆ। ਜੇ ਤੁਹਾਨੂੰ ਨੋਮੀਨੇਸ਼ਨ ਮਿਲ ਜਾਂਦਾ ਫਿਰ ਤੁਸੀਂ ਆਪਣੀ IRCC ਨੂੰ ਐਪਲੀਕੇਸ਼ਨ ਲਾ ਸਕਦੇ ਹੋ, ਪਰਮਾਨੈਂਟ ਰੈਜ਼ੀਡੈਂਸੀ ਵਿਦਿਨ 6 ਮੰਥਸ, ਜਿੰਨ ਚ ਤੁਹਾਨੂੰ ਨੋਮੀਨੇਸ਼ਨ ਸਰਟੀਫਿਕੇਟ ਜਿੰਨ ਚ ਵੈਲਿਡ ਹੈਗਾ, ਉਹ ਜਨਰਲੀ 6 ਮਹੀਨੇ ਲਈ ਵੈਲਿਡ ਹੁੰਦਾ ਹੈ। ਤੇ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੁੰਦਾ ਤਾਂ ਤੁਹਾਨੂੰ ਵਰਕ ਪਰਮਿਟ ਸਪੋਰਟ ਲੈਟਰ ਵੀ ਮਿਲ ਸਕਦੀ ਹੈਗੀ ਹੈ, ਤੇ ਉਹ ਯੂਜ਼ ਕਰਕੇ ਤੇ ਨਾਲ ਇੰਪਲੋਇਰ ਕੰਪਲਾਇੰਸ ਫੀਸ ਭਰ ਕੇ ਤੇ ਇੰਪਲੋਇਰ ਪੋਰਟਲ ਤੋਂ ਇੰਪਲੋਇਰ ਆਫਰ ਜਨਰੇਟ ਕਰਕੇ ਤੁਸੀਂ ਆਪਣਾ ਵਰਕ ਪਰਮਿਟ ਵੀ ਐਕਸਟੈਂਡ ਕਰ ਸਕਦੇ ਹੋ।
ਤੇ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਮੇਰਾ ਕੰਟੈਕਟ ਨੰਬਰ ਹੈ 4378487200। ਤੁਸੀਂ ਬੁੱਕ ਕਰ ਸਕਦੇ ਹੋ ਅਪਾਇੰਟਮੈਂਟ ਬਾਈ ਗੋਇੰਗ ਟੂ ਮਾਈ ਵੈਬਸਾਈਟ www.dilimmigration.com। ਮੇਰਾ YouTube ਚੈਨਲ ਹੈਗਾ @dilsandhutalks, ਜਿੱਥੇ ਮੈਂ ਕਾਫੀ ਸਾਰੀ ਵੀਡੀਓਜ਼ PNP ਤੇ ਇਮੀਗ੍ਰੇਸ਼ਨ ਤੇ ਟਿਪਸ ਐਂਡ ਟ੍ਰਿਕਸ ਤੇ ਮੈਂ ਕਾਫੀ ਵੀਡੀਓਜ਼ ਬਣਾਈਆਂ। ਆਈ ਹੋਪ ਯੂ ਵਿਲ ਲਾਈਕ ਦਿਸ ਵੀਡੀਓ ਐਜ਼ ਵੈਲ। ਤੇ ਸਬਸਕ੍ਰਾਈਬ ਕਰੋ ਚੈਨਲ ਨੂੰ, ਸ਼ੇਅਰ ਕਰੋ ਆਪਣੇ ਫਰੈਂਡਸ ਐਂਡ ਫੈਮਿਲੀ ਐਂਡ ਹੂਐਵਰ find it valuable, ਤੇ ਹਿਟ ਦ ਬੈਲ ਆਈਕਨ ਸੋ ਦੈਟ ਯੂ ਆਰ ਨੋਟੀਫਾਈਡ ਜਦੋਂ ਵੀ ਮੈਂ ਨਵੀਂ ਵੀਡੀਓ ਇਹਦੇ ਵਿੱਚ ਅਪਲੋਡ ਕਰਾਂ ਜਾਂ ਪੋਸਟ ਕਰਾਂ। So thank you so much. I sincerely wish you all the very best for your Canadian immigration journey.